ਦੋਸਤੋ ਤੁਸੀਂ ਬਹੁਤ ਸਾਰੇ ਲੋਕ ਐਦਾਂ ਦੇ ਦੇਖੇ ਹੋਣਗੇ ਜਿਹੜੇ ਹਮੇਸ਼ਾ ਆਪਦੀ ਕਿਸਮਤ ਨੂੰ ਕੋਸਦੇ ਰਹਿੰਦੇ ਹਨ। ਪਰ ਅੱਜ ਜਿਸ ਔਰਤ ਬਾਰੇ ਅਸੀਂ ਗੱਲ ਕਰਨੀ ਹੈ ਉਸ ਦੀ ਕਹਾਣੀ ਸੁਣ ਕੇ ਤੁਸੀਂ ਵੀ ਸੋਚੋਗੇ ਕਿ ਅਸੀਂ ਬਹੁਤ ਚੰਗੇ ਹਾਂ ਆਪਦੀ ਥਾਂ ਤੇ, ਪਰ ਇਹ ਔਰਤ ਇੰਨੀ ਖੁਸ਼ਕਿਸਮਤ ਨਹੀਂ ਸੀ। ਇਸ ਔਰਤ ਨੂੰ ਦੁਨੀਆ ਦੀ ਸਭ ਤੋਂ ਬਦਨਸੀਬ ਔਰਤ ਮੰਨਿਆ ਗਿਆ ਹੈ। ਇਸ ਔਰਤ ਦੀ ਕਿਸਮਤ ਇੰਨੀ ਖਰਾਬ ਸੀ ਕਿ ਮਰਨ ਦੇ 192 ਸਾਲ ਬਾਅਦ ਤੱਕ ਇਸ ਨੂੰ ਕਫਨ ਤੱਕ ਨਸੀਬ ਨਹੀਂ ਹੋਇਆ ਸੀ ਅਤੇ ਮਰਨ ਤੋਂ ਬਾਅਦ ਜੋ ਇਸ ਦੇ ਸਰੀਰ ਨਾਲ ਹੋਇਆ ਉਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਪਰ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ, ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਸ ਚੈਨਲ ਤੇ ਅਸੀਂ ਰੋਚਕ ਤੱਥ ਅਤੇ ਅਣਸੁਣੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਾਂ। ਸਾਊਥ ਅਫਰੀਕਾ ਦੀ ਰਹਿਣ ਵਾਲੀ ਸਾਰਾਹ ਬਾਟਮੈਨ ਨੂੰ ਇਤਿਹਾਸ ਦੀ ਸਭ ਤੋਂ ਬਦਨਸੀਬ ਔਰਤ ਮੰਨਿਆ ਗਿਆ ਹੈ। ਇਸ ਔਰਤ ਨਾਲ ਜੋ ਹੋਇਆ ਉਸਨੇ ਪੂਰੀ ਮਾਨਵਤਾ ਨੂੰ ਸ਼ਰਮਸਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸਾਰਾਹ ਬਾਟਮੈਨ ਦਾ ਜਨਮ 1779 ਸਾਊਥ ਅਫਰੀਕਾ ਦੇ ਪੂਰਬੀ ਕੇਪ ਪ੍ਰਾਂਤ ਵਿੱਚ ਹੋਇਆ। ਜਦੋਂ ਉਹ 2 ਸਾਲ ਦੀ ਸੀ ਤਾਂ ਉਸ ਦੀ ਮਾਂ ਦਾ ਦੇਹਾਂਤ ਹੋ ਗਿਆ ਅਤੇ 4 ਸਾਲ ਦੀ ਉਮਰ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਉਹ ਅਨਾਥ ਹੋ ਗਈ। ਸਾਰਾਹ ਬਾਟਮੈਨ ਖੋਈ ਸਮੁਦਾਇ ਤੋਂ ਸੀ। ਸਾਊਥ ਅਫਰੀਕਾ ਉਸ ਸਮੇਂ ਅੰਗਰੇਜ਼ਾਂ ਦਾ ਗੁਲਾਮ ਸੀ ਤੇ ਤੁਸੀਂ ਵੀ ਪੜ੍ਹਿਆ ਹੀ ਹੋਵੇਗਾ ਕਿ ਉਸ ਸਮੇਂ ਕਾਲੇ ਗੋਰੇ ਵਿੱਚ ਨਸਲੀ ਭੇਦਭਾਵ ਕੀਤਾ ਜਾਂਦਾ ਸੀ, ਜਿਵੇਂ ਕਿ ਭਾਰਤ ਵਿੱਚ। ਦੋਸਤੋ ਸਾਰਾਹ ਬਾਟਮੈਨ ਦਾ ਸਰੀਰ ਬਚਪਨ ਤੋਂ ਹੀ ਕੁਝ ਅਲੱਗ ਸੀ। ਉਹਦਾ ਸਰੀਰ ਕਾਫੀ ਅਣਸੁਖਾਵਾ ਸੀ। ਉਮਰ ਦੇ ਨਾਲ ਜਿਵੇਂ ਉਹ ਵੱਡੀ ਹੁੰਦੀ ਗਈ ਉਹਦਾ ਪਿੱਛੇ ਵਾਲਾ ਹਿੱਸਾ ਜ਼ਰੂਰਤ ਤੋਂ ਜ਼ਿਆਦਾ ਤੇਜ਼ੀ ਨਾਲ ਵਿਕਸਿਤ ਹੋਣ ਲੱਗਾ। ਇਹ ਅਸਲ ਵਿੱਚ ਇੱਕ ਬਿਮਾਰੀ ਕਰਕੇ ਹੋ ਰਿਹਾ ਸੀ। ਇੱਕ ਸਮੇਂ ਬਾਅਦ ਸਾਰਾਹ ਦਾ ਪਿਛਲਾ ਹਿੱਸਾ ਇੰਨਾ ਵੱਧ ਗਿਆ ਕਿ ਉਹਦੇ ਅੱਗੇ ਬਾਕੀ ਸਰੀਰ ਛੋਟਾ ਲੱਗਣ ਲੱਗਾ। ਸਾਰਾਹ ਬਾਟਮੈਨ ਕਾਫੀ ਗਰੀਬ ਪਰਿਵਾਰ ਤੋਂ ਸੀ। ਆਪਦਾ ਗੁਜ਼ਾਰਾ ਕਰਨ ਲਈ ਛੋਟੀ ਉਮਰ ਵਿੱਚ ਹੀ ਉਹਨੇ ਘਰਾਂ ਵਿੱਚ ਨੌਕਰਾਨੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਾਰਾਹ ਦਾ ਵਿਆਹ ਵੀ ਹੋਇਆ ਅਤੇ 2 ਬੱਚੇ ਵੀ ਹੋਏ, ਪਰ ਸਾਰਾਹ ਦੇ ਸਾਥੀ ਦਾ ਕਤਲ ਕਰ ਦਿੱਤਾ ਗਿਆ ਅਤੇ ਨਵਜੰਮੇ ਬੱਚੇ ਦੀ ਵੀ ਮੌਤ ਹੋ ਗਈ। ਹੁਣ ਸਾਰਾਹ ਕੋਲ ਜੀਣ ਦੀ ਕੋਈ ਵਜ੍ਹਾ ਨਹੀਂ ਸੀ। ਇੱਕ ਤਾਂ ਉਹ ਬਿਲਕੁਲ ਇਕੱਲੀ ਹੋ ਗਈ, ਦੂਜਾ ਉਸ ਦਾ ਬੇਡੋਲ ਸਰੀਰ ਉਸ ਲਈ ਸ਼ਰਮਿੰਦਗੀ ਦਾ ਕਾਰਨ ਬਣਿਆ ਹੋਇਆ ਸੀ। ਉਹ ਜਿੱਥੇ ਵੀ ਜਾਂਦੀ ਲੋਕ ਉਸ ਦੇ ਪਿੱਛੇ ਵਾਲੇ ਹਿੱਸੇ ਨੂੰ ਘੂਰ ਕੇ ਦੇਖਦੇ। ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਉਸ ਸਮੇਂ ਸਾਊਥ ਅਫਰੀਕਾ ਅੰਗਰੇਜ਼ਾਂ ਦਾ ਗੁਲਾਮ ਸੀ ਅਤੇ ਸਾਰਾਹ ਨੂੰ ਦੇਖ ਕੇ ਇੱਕ ਅੰਗਰੇਜ਼ ਵਿਲੀਅਮ ਡਨਲੋਪ ਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਇਸ ਨੂੰ ਲੰਡਨ ਲੈ ਕੇ ਜਾਇਆ ਜਾਏ ਅਤੇ ਉੱਥੇ ਲਿਜਾ ਕੇ ਇਸ ਦੇ ਸ਼ੋਅ ਲਗਾਏ ਜਾਣ, ਜਿਸ ਨਾਲ ਉਹ ਖੂਬ ਪੈਸਾ ਕਮਾਉਣਗੇ। ਵਿਲੀਅਮ ਡਨਲੋਪ ਦਾ ਸਾਥ ਇੱਕ ਹੋਰ ਅੰਗਰੇਜ਼ ਹੈਨਰਿਕ ਸੈਜ਼ਰਸ ਨੂੰ ਮਿਲਿਆ। ਦੋਵੇਂ ਸਾਰਾਹ ਬਾਟਮੈਨ ਨੂੰ ਲੈ ਕੇ ਲੰਡਨ ਆ ਗਏ। ਲੰਡਨ ਸਮੇਤ ਯੂਰਪ ਵਿੱਚ ਸਟੇਜ ਸ਼ੋਅ ਬਹੁਤ ਪ੍ਰਚਲਿਤ ਸੀ। ਲੋਕ ਐਦਾਂ ਦੇ ਲੋਕਾਂ ਨੂੰ ਦੇਖਣ ਵਿੱਚ ਉਤਸੁਕ ਰਹਿੰਦੇ ਸੀ ਜਿਨ੍ਹਾਂ ਦਾ ਸਰੀਰ ਅਸਮਾਨ ਹੁੰਦਾ ਸੀ। ਇਸ ਦੌਰਾਨ ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਸਾਊਥ ਅਫਰੀਕਾ ਦੀ ਇੱਕ ਔਰਤ ਦਾ ਸ਼ੋਅ ਹੋਣ ਵਾਲਾ ਹੈ ਜਿਸ ਦੀ ਬੈਕ ਸਾਈਡ ਜਾਂ ਪਿੱਛੇ ਵਾਲਾ ਹਿੱਸਾ ਬਹੁਤ ਜ਼ਿਆਦਾ ਵਿਕਸਿਤ ਹੈ, ਇਹ ਸੁਣ ਕੇ ਲੋਕਾਂ ਨੇ ਟਿਕਟਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ। ਲੰਡਨ ਵਿੱਚ ਸਾਰਾਹ ਦੇ ਸ਼ੋਅ ਹੌਟਨਟੋਟ ਵੀਨਸ ਦੇ ਨਾਮ ਨਾਲ ਲੱਗਣ ਲੱਗੇ ਤੇ ਇਸੇ ਨਾਮ ਨਾਲ ਉਹ ਜ਼ਿਆਦਾ ਮਸ਼ਹੂਰ ਹੋਈ। ਸਾਰਾਹ ਨੂੰ ਸਰਕਸ ਵਿੱਚ ਵੀ ਪੇਸ਼ ਕੀਤਾ ਜਾਂਦਾ। ਅਰਧਨਗਨ ਅਵਸਥਾ ਵਿੱਚ ਉਹ ਕਰਤੱਵ ਕਰਿਆ ਕਰਦੀ ਸੀ। ਸਾਰਾਹ ਦੀ ਜ਼ਿੰਦਗੀ ਇੱਕ ਨਰਕ ਤੋਂ ਘੱਟ ਨਹੀਂ ਸੀ। ਕੁਝ ਹੀ ਸਮੇਂ ਵਿੱਚ ਸਾਰਾਹ ਇੰਨੀ ਮਸ਼ਹੂਰ ਹੋ ਗਈ ਕਿ ਅਮੀਰ ਤੇ ਪੈਸੇ ਵਾਲੇ ਲੋਕ ਆਪਣੇ ਘਰਾਂ ਵਿੱਚ ਸਾਰਾਹ ਦੇ ਪਰਸਨਲ ਸ਼ੋਅ ਕਰਾਉਣ ਲੱਗੇ ਤੇ ਇੱਥੇ ਸਾਰਾਹ ਨਾਲ ਕੀ ਕੁਝ ਹੁੰਦਾ ਹੋਵੇਗਾ ਇਹ ਦੱਸਣ ਦੀ ਲੋੜ ਨਹੀਂ ਹੈ। ਸਾਰਾਹ ਪੂਰਾ ਸਮਾਂ ਆਪਦੇ ਨਸੀਬ ਨੂੰ ਕੋਸਿਆ ਕਰਦੀ ਸੀ। ਉਹ ਇੰਨੀ ਪੜ੍ਹੀ ਲਿਖੀ ਵੀ ਨਹੀਂ ਸੀ ਕਿ ਕਿਸੇ ਤੋਂ ਮਦਦ ਮੰਗ ਸਕੇ ਜਾਂ ਫਿਰ ਕਿਸੇ ਨੂੰ ਸ਼ਿਕਾਇਤ ਦਰਜ ਕਰਵਾ ਸਕੇ ਤੇ ਹੌਲੀ ਸਟੇਜ ਸ਼ੋਅ ਤੇ ਲੋਕ ਸਾਰਾਹ ਦੇ ਪਿੱਛੇ ਵਾਲੇ ਹਿੱਸੇ ਤੇ ਹੱਥ ਵੀ ਲਗਾਉਣ ਲੱਗੇ। ਲੋਕ ਸਾਰਾਹ ਦੇ ਰੰਗ ਅਤੇ ਸਰੀਰ ਦੀ ਬਨਾਵਟ ਕਰਕੇ ਉਸ ਦਾ ਮਜ਼ਾਕ ਉਡਾਇਆ ਕਰਦੇ ਸੀ ਅਤੇ ਹੱਸਿਆ ਕਰਦੇ ਸੀ। ਅਖਬਾਰਾਂ ਵਿੱਚ ਵੀ ਉਸ ਦੇ ਕਾਰਟੂਨ ਆਉਣ ਲੱਗੇ ਜਿਸ ਨਾਲ ਉਸ ਨੂੰ ਹੋਰ ਵੀ ਜ਼ਿਆਦਾ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ। ਫਿਰ 20ਵੀਂ ਸ਼ਤਾਬਦੀ ਦੇ ਸ਼ੁਰੂ ਵਿੱਚ ਬ੍ਰਿਟਿਸ਼ ਸਰਕਾਰ ਨੇ ਲੰਡਨ ਵਿੱਚ ਗੁਲਾਮੀ ਦੇ ਵਪਾਰ ਤੇ ਪਾਬੰਦੀ ਲਗਾ ਦਿੱਤੀ, ਜਿਸ ਕਰਕੇ ਇਸ ਤਰ੍ਹਾਂ ਦੇ ਸਟੇਜ ਸ਼ੋਅ ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਫਿਰ ਸਾਰਾਹ ਦੇ ਮਾਲਕਾਂ ਨੇ ਉਸ ਨੂੰ ਫਰਾਂਸ ਦੇ ਇੱਕ ਵਪਾਰੀ ਕੋਲ ਵੇਚ ਦਿੱਤਾ। ਹੁਣ ਫਰਾਂਸ ਵਿੱਚ ਵੀ ਸਾਰਾਹ ਨਾਲ ਉਹ ਕੁਝ ਹੁੰਦਾ ਸੀ ਜੋ ਲੰਡਨ ਵਿੱਚ ਹੁੰਦਾ ਸੀ। ਸਾਰਾਹ ਬਾਟਮੈਨ ਆਪਦਾ ਇਕੱਲਾਪਨ ਦੂਰ ਕਰਨ ਲਈ ਖੂਬ ਸ਼ਰਾਬ ਪੀਣ ਲੱਗੀ। ਜਿਸ ਉਮਰ ਵਿੱਚ ਲੋਕ ਢੰਗ ਨਾਲ ਜੀਣਾ ਸ਼ੁਰੂ ਕਰਦੇ ਹਨ ਉਸ ਉਮਰ ਤੱਕ ਤਾਂ ਸਾਰਾਹ ਦਾ ਮਨ ਪੂਰੀ ਮਾਨਵਤਾ ਤੋਂ ਹੀ ਚੱਕਿਆ ਗਿਆ ਸੀ। ਹੁਣ ਉਸ ਅੰਦਰ ਜੀਣ ਦੀ ਇੱਛਾ ਖਤਮ ਹੋ ਗਈ ਸੀ। 29 ਦਸੰਬਰ 1815 ਨੂੰ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਇੱਕ ਸਟੇਜ ਸ਼ੋਅ ਦੌਰਾਨ ਸਾਰਾਹ ਦੀ ਮੌਤ ਹੋ ਗਈ। ਸਾਰਾਹ ਉਸ ਵਕਤ 26 ਸਾਲ ਦੀ ਹੀ ਸੀ। ਉਸ ਦੀ ਮੌਤ ਦੀ ਵਜ੍ਹਾ ਸਮਾਲਪੋਕਸ, ਨਿਮੋਨੀਆ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਦੱਸਿਆ ਗਿਆ।
ਪਰ ਸਾਰਾ ਦੀ ਬਦਨਸੀਬ ਹੋਣ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ, ਸਗੋਂ ਇੱਥੋਂ ਤਾਂ ਸ਼ੁਰੂ ਹੁੰਦੀ ਹੈ। ਸਾਰਾ ਦੀ ਮੌਤ ਤੋਂ ਬਾਅਦ ਫਰਾਂਸ ਦੇ ਕੁਝ ਲੋਕਾਂ ਨੇ ਸਾਰਾ ਦਾ ਪਿੱਛੇ ਵਾਲਾ ਹਿੱਸਾ ਸਰੀਰ ਨਾਲੋਂ ਵੱਖ ਕਰ ਦਿੱਤਾ ਅਤੇ ਉਸ ਨੂੰ ਸੁਰੱਖਿਅਤ ਕਰਕੇ ਮਿਊਜ਼ੀਅਮ ਵਿੱਚ ਰੱਖਿਆ ਗਿਆ। ਨਾਲ ਹੀ ਸਾਰਾ ਦਾ ਜਨਨ ਅੰਗ ਦਾ ਵੀ ਪ੍ਰਦਰਸ਼ਨ ਮਿਊਜ਼ੀਅਮ ਵਿੱਚ ਕੀਤਾ ਗਿਆ, ਕਿਉਂਕਿ ਇਹ ਅੰਗ ਆਕਾਰ ਵਿੱਚ ਵੱਡੇ ਸੀ, ਇਸ ਲਈ ਲੋਕ ਉਸ ਨੂੰ ਦੇਖਣ ਲਈ ਮਿਊਜ਼ੀਅਮ ਵਿੱਚ ਆਉਣ ਲੱਗੇ। ਇੱਕ ਮਰੀ ਹੋਈ ਔਰਤ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਤੁਸੀਂ ਪਹਿਲਾਂ ਕਦੇ ਵੀ ਨਹੀਂ ਸੁਣੀ ਹੋਵੇਗੀ। ਇਸ ਘਟਨਾ ਨੇ ਪੂਰੀ ਮਾਨਵਤਾ ਨੂੰ ਸ਼ਰਮਸਾਰ ਕਰ ਦਿੱਤਾ, ਪਰ ਕਿਸੇ ਨੇ ਵੀ ਸਾਰਾ ਦੇ ਹੱਕ ਵਿੱਚ ਆਵਾਜ਼ ਨਹੀਂ ਚੁੱਕੀ। ਬਹੁਤ ਸਮਾਂ ਇਹਨਾਂ ਅੰਗਾਂ ਨੂੰ ਫਰਾਂਸ ਦੇ ਮਿਊਜ਼ੀਅਮ ਵਿੱਚ ਹੀ ਲਗਾ ਕੇ ਰੱਖਿਆ ਗਿਆ। ਫਿਰ ਸਨ 1994 ਵਿੱਚ ਨੈਲਸਨ ਮੰਡੇਲਾ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਕੁਝ ਸਮਾਂ ਪਾ ਕੇ ਫਰਾਂਸ ਦੀ ਸਰਕਾਰ ਤੋਂ ਮੰਗ ਕੀਤੀ ਕਿ ਸਾਰਾ ਦੇ ਸਰੀਰ ਦੇ ਅੰਗ ਅਤੇ ਪਲਾਸਟ ਕਾਸਟ ਸਾਊਥ ਅਫਰੀਕਾ ਨੂੰ ਵਾਪਸ ਕਰ ਦੇਣ। ਪਹਿਲਾਂ ਤਾਂ ਫਰਾਂਸ ਇਸ ਲਈ ਰਾਜੀ ਨਹੀਂ ਹੋਇਆ, ਪਰ ਨੈਲਸਨ ਮੰਡੇਲਾ ਦੇ ਦਬਾਅ ਕਰਕੇ ਫਰਾਂਸ ਸਾਰੇ ਸਰੀਰਕ ਹਿੱਸੇ ਵਾਪਸ ਕਰਨ ਲਈ ਤਿਆਰ ਹੋ ਗਿਆ। ਮਾਰਚ 2002 ਵਿੱਚ ਸਾਰਾ ਦੇ ਸਰੀਰ ਅਤੇ ਬਾਕੀ ਹਿੱਸਿਆਂ ਨੂੰ ਪੂਰੇ ਸਨਮਾਨ ਨਾਲ ਉਸ ਦੇ ਜਨਮ ਸਥਾਨ ਪੂਰਬੀ ਕੇਪ ਵਿੱਚ ਦਫਨਾ ਦਿੱਤਾ ਗਿਆ। ਯਾਨੀ ਮਰਨ ਦੇ 192 ਸਾਲ ਬਾਅਦ ਸਾਰਾ ਬਾਟਮੈਨ ਨੂੰ ਕਫਨ ਨਸੀਬ ਹੋਇਆ। ਅੱਜ ਸਾਰਾ ਬਾਟਮੈਨ ਨੂੰ ਸਾਊਥ ਅਫਰੀਕਾ ਵਿੱਚ ਇੱਕ ਆਈਕਨ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਹਨਾਂ ਦੇ ਜੀਵਨ ਉੱਤੇ ਕਈ ਕਿਤਾਬਾਂ ਛਪ ਚੁੱਕੀਆਂ ਹਨ ਅਤੇ ਕਈ ਫਿਲਮਾਂ ਬਣ ਚੁੱਕੀਆਂ ਹਨ। ਸਾਲ 2018 ਵਿੱਚ ਸਾਊਥ ਅਫਰੀਕਾ ਕੇਪ ਟਾਊਨ ਦੇ ਵਿਸ਼ਵ ਵਿਦਿਆਲਿਆ ਦੇ ਮੈਮੋਰੀਅਲ ਹਾਲ ਦਾ ਨਾਮ ਬਦਲ ਕੇ ਸਾਰਾ ਬਾਟਮੈਨ ਹਾਲ ਦੇ ਨਾਮ ਨਾਲ ਰੱਖਿਆ ਗਿਆ। ਨਾਲ ਹੀ ਅਫਰੀਕਾ ਦੇ ਇੱਕ ਪੋਰਟ ਦਾ ਨਾਮ ਸਾਰਾ ਬਾਟਮੈਨ ਦੇ ਨਾਮ ਤੋਂ ਹੀ ਰੱਖਿਆ ਗਿਆ ਹੈ। ਇਹ ਸਭ ਸਨਮਾਨ ਸਾਰਾ ਨੂੰ ਮਰਨ ਦੇ 192 ਸਾਲ ਬਾਅਦ ਮਿਲਿਆ, ਜਦ ਕਿ ਜਨਮ ਤੋਂ ਲੈ ਕੇ ਮਰਨ ਤੱਕ ਸਾਰਾ ਬਾਟਮੈਨ ਨੂੰ ਜਲੀਲ ਹੀ ਕੀਤਾ ਗਿਆ। ਸਾਡਾ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਵੀ ਹੈ ਕਿ ਦੁਨੀਆ ਤੇ ਹੱਦ ਤੋਂ ਵੱਧ ਨੀਚ ਅਤੇ ਲਾਲਚੀ ਲੋਕ ਹੋਏ ਹਨ, ਜਿਨ੍ਹਾਂ ਨੇ ਆਪਣੇ ਫਾਇਦੇ ਲਈ ਇਹ ਸਭ ਕੁਝ ਕੀਤਾ। ਪਰ ਜਿਸ ਔਰਤ ਨਾਲ ਇਹ ਸਭ ਹੋਇਆ, ਸਾਰਾ ਬਾਟਮੈਨ, ਸ਼ਾਇਦ ਅੱਜ ਉਹ ਦੁਨੀਆ ਦੀ ਨਜ਼ਰ ਵਿੱਚ ਹੋਰ ਵੀ ਉੱਚੀ ਹੋ ਗਈ। ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਅਤੇ ਸਾਡੀ ਮਿਹਨਤ ਨੂੰ ਸਲਾਉਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।